ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਸਰਬ ਲੋਹ ਕੀ ਸਰਨ ਪਰੇ, ਤਾਂ ਕਾ ਹੋਤ ਉਧਾਰ। ਜਜੈ ਭਜੈ ਸਰਬ ਲੋਹ ਜੂ, ਸੁਗਮ ਤਰੈ ਸੰਸਾਰ। ਸਰਬ ਲੋਹ ਜੀ ਕੀ ਸਰਨ ਪਰੇ, ਤਾਂ ਕਾ ਹੋਤ ਉਧਾਰ। ਜਜੈ ਭਜੈ ਸਰਬ ਲੋਹ ਜੂ, ਸੁਗਮ ਤਰੈ ਸੰਸਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਸਰਬ ਲੋਕ ਗ੍ਰੰਥ ਸਾਹਿਬ ਜੀ ਮਹਾਰਾਜ। ਇਸ ਬਾਣੀ ਦੇ ਵਿੱਚ ਦਸਮ ਪਾਤਸ਼ਾਹ ਜੀ ਨੇ ਜੋ ਖਾਲਸੇ ਨੂੰ ਦਾਨ ਦਿੱਤਾ ਹੈ, ਅੱਜ ਉਹਦੇ ਬਾਰੇ ਅਸੀਂ ਥੋੜ੍ਹਾ ਜਿਹਾ ਵਿਚਾਰ ਕਰਨਾ ਹੈ। ਅਤੇ ਬਾਣੀ ਸਰਬ ਲੋਕ ਮਹਾਰਾਜ ਜੀ ਜੋ ਸਾਨੂੰ ਦੱਸ ਰਹੇ ਨੇ ਕਿ ਜੋ ਸਾਡੇ ਮਨ ਦੀਆਂ ਜੋ ਇੱਛਾਵਾਂ ਨੇ ਉਹ ਕਿਵੇਂ ਪੂਰੇ ਹੋ ਸਕਦੇ ਆ, ਕਿਉਂਕਿ ਅਸੀਂ ਸਾਰੇ ਆਪੋ ਆਪਣੀ ਇੱਛਾਵਾਂ ਲੈ ਕਰਕੇ ਅਰਦਾਸ ਕਰਦੇ ਹਾਂ। ਪਰ ਮਹਾਰਾਜ ਜੀ ਕਹਿੰਦੇ ਨੇ ਕੋਈ ਵੀ ਇੱਛਾ ਪੂਰੀ ਕਰਨ ਦੇ ਲਈ ਕਿਸੇ ਜੁਗਤੀ ਦੇ ਨਾਲ, ਕਿਸੇ ਵਿਧੀ ਦੇ ਨਾਲ ਉਹਨੂੰ ਕੀਤਾ ਜਾ ਸਕਦਾ ਹੈ। ਮਹਾਰਾਜ ਜੀ ਸਿੱਖ ਦੇ ਵਿੱਚ ਭਾਵਨਾ ਦੇਖ ਕਰਕੇ ਉਸ ਦੇ ਅਨੁਸਾਰ ਉਹਨੂੰ ਫਲ ਦਿੰਦੇ ਹਨ। ਸੋ ਆਓ ਵਿਚਾਰ ਕਰੀਏ ਜੀ। ਦੇਵ ਬਾਚਨੀ ਲਖਮੀ ਗਾਥ ਸ੍ਰੀ ਮੰਗਲਾ ਚਰਨ। ਮਹਾਰਾਜ ਜੀ ਕਹਿ ਰਹੇ ਨੇ ਕਿ ਸ੍ਰੀ ਸਰਬ ਲੋਹ ਜੀ ਦੀ ਜਿਹੜੀ ਬਾਣੀ ਹੈ, ਇਹਦੇ ਵਿੱਚ ਲਕਸ਼ਮੀ ਦੀ ਗਾਥ, ਉਹਦੀ ਕਥਾ, ਮਾਇਆ ਦੀ ਕਥਾ ਅਤੇ ਸ੍ਰੀ ਮੰਗਲਾ ਚਰਨ, ਕਿਉਂਕਿ ਸ੍ਰੀ ਸਰਬ ਲੋਕ ਗ੍ਰੰਥ ਮਹਾਰਾਜ ਜੀ ਦਾ ਪੁਰਾਤਨ ਜਿਹੜਾ ਨਾਮ ਹੈ ਉਹ ਹੈ ਮੰਗਲਾ ਚਰਨ ਪੁਰਾਣ। ਸੋ ਇਸ ਦੇ ਵਿੱਚ ਸ੍ਰੀ ਭਾਵ ਪਤੀ ਪਰਮੇਸ਼ਰ ਅਕਾਲ ਪੁਰਖ ਅਤੇ ਉਹਦੀ ਸ਼ਕਤੀ ਭਾਵ ਲਕਸ਼ਮੀ, ਉਹਦੀ ਗਾਥਾ ਦੱਸੀ ਹੈ। ਆਦਿ ਪਖਿਆਨ ਗ੍ਰੰਥ ਯਾ ਬਚਨ। ਮਹਾਰਾਜ ਜੀ ਕਹਿੰਦੇ ਨੇ ਆਦਿ, ਇਸ ਗ੍ਰੰਥ ਦੇ ਆਦਿ ਦੇ ਵਿੱਚ, ਜਿਵੇਂ ਆਦਿ ਮਹਾਰਾਜ ਦੇ ਵਿੱਚ ਜਪਜੀ ਸਾਹਿਬ ਮੁੱਢਲੀ ਬਾਣੀ ਹੈ, ਦਸਮ ਬਾਣੀ ਦੇ ਵਿੱਚ ਜਾਪ ਸਾਹਿਬ ਮੁੱਢਲੀ ਬਾਣੀ ਹੈ, ਇਵੇਂ ਹੀ ਸ੍ਰੀ ਸਰਬ ਲੋਹ ਮਹਾਰਾਜ ਜੀ ਦੇ ਵਿੱਚ ਮਾਇਆ ਦੀ ਉਸਤਤ ਮੁੱਢਲੀ ਬਾਣੀ ਹੈ। ਲਖਮੀ ਮਹਾਤਮ ਯਥਾ ਬੁੱਧ ਬਰਣੀ, ਸ੍ਰੀ ਗੋਪਾਲ ਕੀ ਕਾਇਆ ਨਿਰਣੀ। ਮਹਾਰਾਜ ਜੀ ਕਹਿ ਰਹੇ ਨੇ ਕਿ ਇਸ ਗ੍ਰੰਥ ਦੇ ਵਿੱਚ ਖਾਲਸੇ ਨੂੰ ਕਿਸ ਪ੍ਰਕਾਰ ਲਕਸ਼ਮੀ ਮਿਲ ਸਕਦੀ ਹੈ, ਮਾਇਆ ਦੀ ਭਾਰੀ ਵਰਖਾ ਕਿਵੇਂ ਹੋ ਸਕਦੀ ਹੈ, ਉਹਦੀ ਕਥਾ ਮਹਾਰਾਜ ਜੀ ਨੇ ਦੱਸੀ ਹੈ। ਅਤੇ ਸ੍ਰੀ ਗੋਪਾਲ ਕੀ ਕਾਇਆ ਨਿਰਣੀ, ਉਹ ਅਕਾਲ ਪੁਰਖ ਜੋ ਹੈ ਉਹਦੀ ਕਿਹੋ ਜਿਹੇ ਗੁਣ ਨੇ, ਉਹਦਾ ਸਰਗੁਣ ਅਤੇ ਨਿਰਗੁਣ ਜਿਹੜਾ ਰੂਪ ਹੈ, ਉਹਨੂੰ ਖੋਲ੍ਹ ਕਰਕੇ ਮਹਾਰਾਜ ਜੀ ਨੇ ਇਸ ਬਾਣੀ ਦੇ ਵਿੱਚ ਲਿਖਿਆ ਹੈ। ਮੋਖਪਦੀ ਸਰਬਸ ਲਖਮੀ ਕੇ ਅਧੀਨਾ। ਮਹਾਰਾਜ ਜੀ ਕਹਿ ਰਹੇ ਨੇ ਕਿ ਜੋ ਸੰਸਾਰ ਦੇ ਸਾਰੇ ਵਸਤੂਆਂ ਨੇ, ਸਾਰੇ ਲੋਕ ਨੇ, ਉਹ ਮਾਇਆ ਦੇ ਅਧੀਨ ਹੁੰਦੇ ਨੇ, ਲਕਸ਼ਮੀ ਦੇ ਅਧੀਨ ਹੁੰਦੇ ਨੇ, ਅਤੇ ਲਕਸ਼ਮੀ ਸ੍ਰੀਪਤ ਗੋਪਾਲ ਦੇ ਅਧੀਨ ਹੈ, ਅਕਾਲ ਪੁਰਖ ਮਹਾਰਾਜ ਦੇ ਅਧੀਨ ਹੈ। ਸੋ ਜਿਹੜੇ ਅਕਾਲ ਪੁਰਖ ਦੇ ਉਪਾਸ਼ਕ ਹਨ, ਉਹਨਾਂ ਦੇ ਕੋਲ ਲਕਸ਼ਮੀ ਆਪ ਆ ਕਰਕੇ ਸੇਵਾ ਲੈਂਦੀ ਹੈ। ਲੋਕ ਚਤੁਰਦਸ ਸ੍ਰਿਸ਼ਟ ਪਰਖੀਨਾ। ਸਾਰੇ ਜਾਣਦੇ ਨੇ ਕਿ ਚਤੁਰਦਸ ਭਾਵ 14 ਲੋਕਾਂ ਦੇ ਵਿੱਚ ਇੱਕ ਮਾਇਆ ਦਾ ਪਸਾਰਾ ਹੈ, ਅਤੇ ਮਾਇਆ ਦੇ ਪਸਾਰੇ ਦੇ ਵਿੱਚ ਲਕਸ਼ਮੀ ਦੇ ਬਿਨਾਂ ਕਾਰਜ ਨਹੀਂ ਸਰਦੇ। ਚਰਾਚਰ ਸਭ ਆਸਰਿਤ ਲਖਮੀ ਕੇ। ਚਰਿਆਚਰ ਭਾਵ ਜਿਹੜੇ ਤੁਰਦੇ ਫਿਰਦੇ ਨੇ ਅਤੇ ਜਿਹੜੇ ਇੱਕ ਜਗ੍ਹਾ ਖੜ੍ਹ ਕਰਕੇ ਰਹਿਣ ਵਾਲੇ ਨੇ, ਉਹ ਸਾਰੇ ਹੀ ਲਕਸ਼ਮੀ ਦੇ ਅਧੀਨ ਨੇ। ਸਭ ਆਸਰੇ ਮਾਇਆ ਪਖੀ ਕੇ। ਜਿਹਦੇ ਕੋਲ ਮਾਇਆ ਵੱਧ ਹੋਵੇ, ਸਾਰੇ ਉਹਦੇ ਆਸਰੇ ਹੋ ਜਾਂਦੇ ਹਨ, ਸਾਰੀ ਉਹਦੀ ਆਓ ਭਗਤ ਕਰਦੇ ਹਨ। ਸੁਦਾ ਲੋਇਨ ਦੇਵ ਦੈਤਯ ਦਾਨਵ ਮਾਨ। ਦੇਵ ਦੈਤਯ ਦਾਨਵ ਮਾਨਵਗਣ, ਜਿੰਨੇ ਵੀ 84 ਲੱਖ ਦੇ ਵਿੱਚ ਜੂਨੀਆਂ ਆਉਂਦੀਆਂ ਨੇ, ਕੋਈ ਦੇਵ ਜੂਨੀ ਹੈ, ਕੋਈ ਦੈਂਤ ਦੀ ਜੂਨੀ ਹੈ, ਕੋਈ ਦਾਨਵ ਹੈ, ਕੋਈ ਮਾਨਵ ਹੈ, ਤੇ ਰਾਖਸ਼ ਅਸੁਰ ਸਬੂ ਬਸ ਮੁਨ ਜਨ।
ਇਹ ਸਾਰੇ ਹੀ ਇੱਕ ਲక్ష్ਮੀ ਦੇ ਅਧੀਨ ਹੁੰਦੇ ਨੇ। ਸਾਰੇ ਚਾਹੁੰਦੇ ਆ ਕਿ ਸਾਡੇ ਕੋਲ ਖਜ਼ਾਨੇ ਭਰਪੂਰ ਰਹਿਣ, ਪਰ ਕਿਸ ਪ੍ਰਕਾਰ ਦੇ ਨਾਲ, ਕਿਹੜੀ ਵਿਧੀ ਦੇ ਨਾਲ ਉਹਨੂੰ ਪਾਇਆ ਜਾ ਸਕਦਾ ਹੈ, ਉਹ ਸਰਬਲੋ ਦੀ ਬਾਣੀ ਦੇ ਵਿੱਚ ਮਹਾਰਾਜ ਨੇ ਦੱਸਿਆ ਹੈ। ਮਾਇਆ ਆਸਰਿਤ ਜਗ ਵਰਤਾਰਾ, ਇਸ ਜਗ ਦਾ ਵਰਤਾਰਾ ਮਾਇਆ ਦਾ ਹੀ ਖੇਡ ਹੈ। ਯਕ ਛਿਣ ਇੱਕ ਬਿਨ ਸਰੈ ਨਾ ਕਾਰਾ, ਇੱਕ ਛਿਣ ਵੀ ਮਾਇਆ ਦੇ ਬਿਨਾਂ ਕੋਈ ਕਾਰਜ ਸਰਦਾ ਨਹੀਂ। ਬੈਰਾਟ ਲੋਚਨ ਪ੍ਰਾਪਤ ਸ੍ਰੀ ਹਿਤ ਬਰਨਿਓ ਗ੍ਰੰਥਾ, ਮਹਾਰਾਜ ਜੀ ਕਹਿ ਰਹੇ ਨੇ ਇਸ ਗ੍ਰੰਥ ਦੇ ਵਿੱਚ ਉਸ ਅਕਾਲ ਪੁਰਖ ਦੇ ਅਧੀਨ ਜੋ ਲక్ష్ਮੀ ਹੈ ਉਹਦੀ ਕਥਾ ਆਪ ਜੀ ਨੂੰ ਸੁਣਾਉਣੀ ਕੀਤੀ ਹੈ। ਉਕਤ ਜੁਗਤ ਅਨੁਭਵ ਸਦ ਪੰਥਾ, ਕਿ ਮੇਰਾ ਜੋ ਖਾਲਸਾ ਪੰਥ ਹੈ ਇਸ ਉਕਤਿਆਂ ਦੇ ਜੁਗਤਿਆਂ ਦੇ ਨਾਲ ਕਿਵੇਂ ਉਸ ਲక్ష్ਮੀ ਨੂੰ ਆਪਣਾ ਸੇਵਾ ਦੇ ਵਿੱਚ ਲਾ ਸਕਦਾ ਹੈ, ਕਿਵੇਂ ਧਰਮ ਦੇ ਕਾਰਜ ਕਰ ਸਕਦਾ ਹੈ, ਉਹ ਦੱਸਣਾ ਕੀਤਾ ਹੈ। ਕਿਰਪਾ ਕਰੈ ਲక్ష్ਮੀ ਨਾਰਾਇਣ, ਅਕਾਲ ਪੁਰਖ ਮਹਾਰਾਜ ਮੇਰੇ ਖਾਲਸੇ ਦੇ ਉੱਤੇ ਕਿਰਪਾ ਰੱਖਣ। ਅਚਲ ਵਿਭਵ ਕਬ ਮਿਲੈ ਪ੍ਰਦਾਇਨ, ਕਿਤੇ ਜੋ ਇਸ ਬਾਣੀ ਨੂੰ ਸ਼ਰਧਾ ਦੇ ਨਾਲ ਪੜੂਗਾ ਉਹਨੂੰ ਅਚਲ ਪਦਵੀ ਦੀ ਪ੍ਰਾਪਤੀ ਹੋਵੇਗੀ। ਚਰ ਲੋਚਨ ਕੀਨੀ ਮਾਇਆ ਕਾਲ ਕਾ ਭਵਾਨੀ, ਕੋਈ ਇਸ ਬਾਣੀ ਨੂੰ ਪੜ੍ਹੇ ਤੇ ਉਹਦੇ ਉੱਤੇ ਦੇਵੀ ਦੇਵਤੇ ਸਾਰੇ ਪ੍ਰਸੰਨ ਰਹਿਣਗੇ। ਤਾਹੇ ਪ੍ਰਜਾਤ ਜਾਂ ਗ੍ਰੰਥ ਬਖਾਨੀ, ਇਸ ਕਰਕੇ ਮਹਾਰਾਜ ਕਹਿ ਰਹੇ ਨੇ ਕਿ ਸਰਬਲੋ ਦੀ ਬਾਣੀ ਦੀ ਅਸੀਂ ਰਚਨਾ ਕੀਤੀ ਹੈ। ਮੰਤਰ ਸਤੋਤਰ ਸਦਪਦ ਸੁਭ ਕਥਾ, ਇਹਦੇ ਵਿੱਚ ਮੰਤਰ ਵੀ ਦੱਸੇ ਨੇ, ਸਤੋਤਰ ਵੀ ਲਿਖੇ ਹੋਏ ਨੇ, ਸਦਪਦ ਕਈ ਚੰਗੇ ਚੰਗੇ ਛੰਦ ਮਹਾਰਾਜ ਜੀ ਨੇ ਰਚਨਾ ਕੀਤੀ ਹੈ। ਸੁਭ ਕਥਾ ਅਕਾਲ ਪੁਰਖ ਦੀ ਇਥੇ ਕਥਾ ਸੁਣਾਈ ਹੈ। ਵਰਣਿਓ ਬੁੱਧ ਅਨੁਸਾਰ ਮਤ ਯਥਾ, ਮਹਾਰਾਜ ਜੀ ਕਹਿ ਰਹੇ ਨੇ ਮੈਂ ਆਪਣੀ ਬੁੱਧੀ ਅਨੁਸਾਰ ਜੋ ਜੋ ਕਹਿ ਸਕਦਾ ਸੀ, ਜੋ ਜੋ ਖਾਲਸੇ ਨੂੰ ਦਾਨ ਦੇ ਸਕਦਾ ਸੀ, ਉਵੇਂ ਸਾਰਾ ਖਾਲਸੇ ਦੇ ਝੋਲੀ ਦੇ ਵਿੱਚ ਪਾਇਆ ਹੈ। ਦੇਵ ਪੁਰੰਦਰੀ ਅਖੇਰ ਬਾੜ ਘਾਟ ਜਹ ਲਹੋ, ਸੋ ਕਬ ਸੁਧਾਰ ਬਰਨ ਸਭ ਕਹੋ, ਮਹਾਰਾਜ ਜੀ ਕਹਿ ਰਹੇ ਨੇ ਕਿ ਜੇ ਮੇਰੇ ਵੱਲੋਂ ਕੋਈ ਗਲਤੀ ਹੋ ਗਈ ਹੋਵੇ, ਨਿਮਰਤਾ ਦੇ ਮਹਾਰਾਜ ਮੂਰਤੀ ਨੇ, ਤੇ ਉਸ ਨਿਮਰਤਾ ਨੂੰ ਗ੍ਰਹਿਣ ਕਰਕੇ ਉਹਦਾ ਰੂਪ ਹੋ ਕਰਕੇ ਕਹਿ ਰਹੇ ਨੇ ਕਿ ਜੋ ਮੇਰੇ ਤੋਂ ਕੋਈ ਗਲਤੀ ਹੋ ਜਾਵੇ, ਆਪ ਜੀ ਜੋ ਕਵੀ ਜਨ ਹੋ ਉਹਨੂੰ ਸੁਧਾਰ ਕਰਕੇ ਇੱਥੇ ਲਿਖਣਾ ਕਰ ਲਿਓ। ਪ੍ਰਥਮ ਪਖੇਰ ਸ੍ਰੀ ਮੰਗਲਾਚਰਨ, ਇਸ ਕਰਕੇ ਮੰਗਲਾਚਰਨ ਦੀ ਜਿਹੜੀ ਬਾਣੀ ਹੈ ਸ੍ਰੀ ਸਰਬਲੋ ਜੀ ਦੀ ਬਾਣੀ ਹੈ, ਉਹਦੇ ਵਿੱਚ ਆਦ ਦੇ ਵਿੱਚ ਹੀ ਸ੍ਰੀ ਮਾਇਆ ਦੀ ਉਸਤਤ ਮਹਾਰਾਜ ਜੀ ਨੇ ਦਰਜ ਕੀਤੀ ਹੈ, ਜਿਹਦੇ ਪੜ੍ਹਨ ਦੇ ਨਾਲ ਲక్ష్ਮੀ ਦੀ ਭਾਰੀ ਵਰਖਾ ਹੁੰਦੀ ਹੈ। ਪਦ ਰਸਾਲ ਅਤੇ ਸੁਭ ਵਰਣ ਪਰਹੁਤੀ ਹਿਰਦੇ ਨਿਵਾਸ ਲక్ష్ਮੀ ਨਾਰਾਇਣ, ਜੋ ਬਾਣੀ ਪੜੂਗਾ ਉਹਦੇ ਹਿਰਦੇ ਦੇ ਵਿੱਚ ਲక్ష్ਮੀ ਦਾ ਜਿਹੜਾ ਪਤੀ ਹੈ ਅਕਾਲ ਪੁਰਖ ਦਾ ਵਾਸਾ ਹੋ। ਕਰ ਨਿਵਾਸ ਰਿਦਦਾਸ ਗੁਸਾਇਨ, ਤੇ ਉਸ ਭਗਤ ਦੇ ਹਿਰਦੇ ਦੇ ਵਿੱਚ ਅਕਾਲ ਪੁਰਖ ਦਾ ਵਾਸਾ ਹੋਵੇ, ਤੇ ਜਿੱਥੇ ਅਕਾਲ ਪੁਰਖ ਹੈ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਲక్ష్ਮੀ ਦਾ ਵਾਸ ਹੁੰਦਾ ਹੈ। ਸੋ ਇਸ ਕਰਕੇ ਇਹ ਦੋਨੋਂ ਹੀ ਆ ਕਰਕੇ ਟਿਕਦੇ ਨੇ। ਮਮ ਰਿਦ ਸਦਾ ਬਸੋ ਦ੍ਰਿਗ ਦਸੋ, ਜੋਰੀ ਜੁਗਲ ਮਹਾਪ੍ਰਭ ਹਰਸੋ, ਮਹਾਰਾਜ ਜੀ ਨੇ ਜੁਗਤੀਆਂ ਦੱਸੀਆਂ ਹਨ। ਜੋ ਇਹ ਕਥਾ ਪੜ੍ਹੈ ਹਿਤ ਲਾਈ, ਪ੍ਰਾਪਤ ਭਗਤ ਸਰਬਲੋਕ ਗੁਸਾਈ, ਜੋ ਪ੍ਰੇਮ ਦੇ ਨਾਲ, ਸ਼ਰਧਾ ਦੇ ਨਾਲ, ਭਾਵਨਾ ਦੇ ਨਾਲ ਇਸ ਕਥਾ ਨੂੰ ਸਰਵਣ ਕਰੂਗਾ, ਸਰਬਲੋ ਮਹਾਰਾਜ ਦੀ ਬਾਣੀ ਸੁਣੂਗਾ, ਪੜੂਗਾ, ਉਹਨੂੰ ਪ੍ਰਾਪਤ ਹੋਵੇਗੀ ਪ੍ਰੇਮਾ ਭਗਤੀ। ਸਰਬਲੋਕ ਗੁਸਾਈ, ਅਕਾਲ ਪੁਰਖ ਦੀ ਭਗਤੀ, ਪ੍ਰੇਮਾ ਭਗਤੀ ਪ੍ਰਾਪਤ ਹੋਵੇਗੀ। ਚਾਰ ਮੁਕਤ ਚਾਰ ਉਹ ਫਲ ਪ੍ਰਾਪਤ, ਚਾਰ ਪ੍ਰਕਾਰ ਦੀਆਂ ਮੁਕਤੀਆਂ ਵੀ ਮਿਲਣਗੀਆਂ ਤੇ ਚਾਰ ਫਲ ਵੀ ਮਿਲਣਗੇ, ਧਰਮ ਅਰਥ ਕਾਮ ਤੇ ਮੋਕਸ਼। ਲਹਿ ਸੁਖ ਸਭ ਜਨ ਕੋ ਸਵਾਰਥ, ਜੋ ਜੋ ਕਿਸੇ ਦੇ ਮਨ ਦੇ ਵਿੱਚ ਇੱਛਾਵਾਂ ਆਉਣ ਉਹ ਸਾਰੀ ਇੱਛਾ ਮਹਾਰਾਜ ਜੀ ਪੂਰਨ ਕਰਨਗੇ। ਪੁਰੰਦੀ ਮੁਕਤ ਭੁਗਤ ਕੀ ਪ੍ਰਾਪਤ ਕਰਨੀ, ਮੁਕਤੀ ਨੂੰ ਕਿਵੇਂ ਪਾਇਆ ਜਾ ਸਕਦਾ ਹੈ, ਉਹ ਬਾਣੀ ਪੜ੍ਹ ਕੇ, ਸਰਬਲੋ ਜੀ ਦੀ ਬਾਣੀ ਪੜ੍ਹ ਕੇ ਵਿਚਾਰ ਕਰਕੇ ਹਿਰਦੇ ਦੇ ਵਿੱਚ ਇਹਨੂੰ ਟਿਕਾਈਏ ਤੇ ਸਾਰੇ ਪਦਾਰਥ ਮਿਲ ਜਾਣਗੇ। ਸ੍ਰੀ ਮੰਗਲਾਚਰਨ ਪਏ ਹਰਣੀ,
ਇਹ ਵੱਡੇ ਵੱਡੇ ਭੈ ਨੂੰ ਨਾਸ਼ ਕਰਨ ਵਾਲੀ ਬਾਣੀ ਹੈ। ਵਿਦਿਆਰਥੀ ਵਿਦਿਆ ਹਿਤ ਸੇਵੈ। ਤੇ ਜਿਹੜੇ ਵਿਦਿਆਰਥੀ ਨੇ, ਚਾਹੇ ਧਰਮ ਦੇ ਉਹ ਵਿਦਿਆ ਗ੍ਰਹਿਣ ਕਰਦੇ ਨੇ, ਚਾਹੇ ਸੰਸਾਰੀ ਵਿਦਿਆ ਗ੍ਰਹਿਣ ਕਰਦੇ ਨੇ, ਜੇ ਉਹ ਬਾਣੀ ਪੜ੍ਹਦੇ ਨੇ, ਅਭਿਆਸ ਕਰਦੇ ਨੇ ਸਰਬਲੋਕ ਮਹਾਰਾਜ ਦੀ ਬਾਣੀ ਦਾ, ਉਹਨਾਂ ਨੂੰ ਵਿਦਿਆ ਵੀ ਮਿਲੂਗੀ। ਹੋਵੇ ਸੋ ਕਬ ਪੰਡਿਤ ਅਖੇਵੈ। ਤੇ ਬੈਠੇ ਬੈਠੇ ਭਗਤਾਂ ਦੇ ਮਨ ਦੇ ਵਿੱਚ ਕਵਿਤਾ ਫੁਰਨ ਲੱਗ ਜਾਊਗੀ, ਆਪੇ ਕਵਿਤਾ ਕਰਨ ਆ ਜਾਵੇਗੀ। ਇਹ ਬਾਣੀ ਦਾ ਪ੍ਰਤਾਪ ਹੈ। ਪਦ ਕਰਮ ਜਟਾ ਛੰਦਨ ਗਦ ਕਹੇ। ਸੁੰਦਰ ਪ੍ਰਕਾਰ ਦੇ ਨਾਲ ਮਹਾਰਾਜ ਜੀ ਨੇ ਬਾਣੀ ਦੀ ਰਚਨਾ ਕੀਤੀ ਹੈ। ਜੇ ਸਦ ਗ੍ਰੰਥ ਕੇ ਪਦ ਕੋ ਚਹੇ। ਜਿਹੜੇ ਕਵੀ ਜਨ ਨੇ, ਜਿਹੜੀ ਚੰਗੀ ਚੰਗੀ ਕਵਿਤਾ ਪੜ੍ਹਨੀਆਂ ਚਾਹੁੰਦੇ ਨੇ, ਚੰਗੀ ਕਵਿਤਾ ਲਿਖਣੀ ਚਾਹੁੰਦੇ ਨੇ, ਉਹ ਇਸ ਗ੍ਰੰਥ ਦਾ ਪਠਨ ਪਾਠਨ ਕਰਨ। ਦੇਸ ਦੇਸ ਕੋ ਭਾਖਾ ਯਾ ਮੈਂ। ਹੋਏ ਸਾਵਧਾਨ ਪ੍ਰਾਨ ਅਰਥ ਗ੍ਰਾਮੈ। ਤੇ ਜਿਹੜੇ ਦੇਸ਼ ਦੇਸ਼ਾਂਤਰ ਦੇ ਵਿੱਚ ਕੋਈ ਵਿਚਰ ਰਿਹਾ ਹੈ ਤੇ ਉੱਥੇ ਜੇ ਉਹਦੇ ਕੋਈ ਕਾਰਜ ਰੁਕੇ ਹੋਏ ਹਨ, ਮਹਾਰਾਜ ਜੀ ਸਾਰੇ ਕਾਰਜ ਉਹਨਾਂ ਦੇ ਪੂਰੇ ਕਰਦੇ ਨੇ। ਨਿਰੰਜਨੀ ਕਾਤਰ ਸੁਨੈ ਸੂਰਤਾ ਬਾਢੇ। ਜਿਹੜਾ ਕਾਇਰ ਹੈ ਉਹਦੇ ਹਿਰਦੇ ਦੇ ਵਿੱਚ ਮਹਾਰਾਜ ਜੀ ਬਲ ਬਖਸ਼ ਦਿੰਦੇ ਨੇ ਤੇ ਉਹ ਜੰਗ ਦੇ ਮੈਦਾਨ ਦੇ ਵਿੱਚ ਫਤਿਹ ਪਾਵੇਗਾ। ਕ੍ਰਿਪਨ ਕੰਦਰਜ ਦਾਨ ਹਸਤ ਕੱਢ। ਤੇ ਜਿਹਦੇ ਕੋਲ ਮਾਇਆ ਨਾ ਹੋਵੇ, ਉਹਦੇ ਕੋਲ ਮਾਇਆ ਦੀ ਭਾਰੀ ਵਰਖਾ ਹੋਵੇਗੀ ਤੇ ਉਹ ਦਾਨ ਦੇਣ ਲੱਗ ਜੂਗਾ। ਸੂਰ ਸੁਨੈ ਸੂਰਤ ਤਨ ਬਾਢੈ। ਜਿਹੜਾ ਸੂਰਮਾ ਹੈ ਉਹਦੇ ਸੂਰਮਤੇ ਦੇ ਵਿੱਚ ਵਾਧਾ ਹੋਵੇਗਾ, ਉਹ ਵੱਡਾ ਸੂਰਮਾ ਖਾਵੇਗਾ ਜਗਤ ਦੇ ਉੱਤੇ। ਜੀਤੈ ਸਤਰ ਸਮਰ ਦੁਰ ਗਾਢੈ। ਉਹ ਸਾਰੇ ਹੀ ਸਮਰ ਭਾਵ ਯੁੱਧ ਦੇ ਮੈਦਾਨ ਦੇ ਵਿੱਚ ਉਹ ਹਰ ਜੰਗ ਦੇ ਵਿੱਚ ਫਤਿਹ ਪਾਵੇ। ਪੁਰੰਜਨੀ ਨਿਰਧਨ ਸੁਨੈ ਧਨੀ ਹੋਇ ਜਾਵੈ। ਜਿਹਦੇ ਕੋਲ ਧਨ ਨਾ ਹੋਵੇ, ਉਹਦੇ ਕੋਲ ਧਨ ਦੀ ਭਾਰੀ ਵਰਖਾ ਹੋਵੇ। ਬੰਦ ਸੁਨੈ ਤਿਸ ਬੰਦ ਛੁਡਾਵੈ। ਜੇ ਜੋ ਕੋਈ ਮਾਇਆ ਦੇ ਬੰਧਨ ਦੇ ਵਿੱਚ ਫਸਿਆ ਹੋਇਆ ਹੈ, ਉਹਦੇ ਮਹਾਰਾਜ ਸਾਰੇ ਬੰਧਨ ਤੋੜ ਦਿੰਦੇ ਨੇ। ਅਨਬੁੱਧ ਸੁਨੈ ਬੁੱਧ ਬਲ ਬਾਢੇ। ਜਿਹਦੇ ਕੋਲ ਬੁੱਧੀ ਨਾ ਹੋਵੇ, ਉਹਦੀ ਬੁੱਧੀ ਦੇ ਵਿੱਚ ਵਿਕਾਸ ਹੋਵੇਗਾ। ਬਾਂਝ ਸੁਨੈ ਸੰਤਤ ਤਿਸ ਬਾਢੈ। ਤੇ ਜਿਹੜੀ ਬਾਂਝ ਹੈ ਇਸਤਰੀ, ਜਿਹਦੇ ਕੋਈ ਸੰਤਾਨ ਨਹੀਂ ਹੁੰਦਾ, ਉਹ ਬਾਣੀ ਦੇ ਪ੍ਰਤਾਪ ਦੇ ਨਾਲ ਸੰਤਾਨ ਦੀ ਵੀ ਪ੍ਰਾਪਤੀ ਕਰ ਸਕਦੀ ਹੈ। ਕ੍ਰਿਤ ਅੰਜਲੀ ਅੰਦੁਲ ਪਿੰਗ ਗੁੰਗ ਜੇ ਸੁਨੈ। ਜੇ ਕੋਈ ਅੰਨਾ ਹੋਵੇ, ਪਿੰਗਲ ਜਿਹਦਾ ਸਰੀਰ ਮੁੜਿਆ ਹੋਵੇ, ਗੂੰਗਾ ਜੋ ਬੋਲ ਨਹੀਂ ਸਕਦਾ। ਦੇਖੈ ਤੁਰੈ ਬੋਲੈ ਤਤ ਛਿਨੈ। ਜਿਹੜਾ ਅੰਧਾ ਹੈ ਉਹ ਦੇਖਣਾ ਵੀ ਸ਼ੁਰੂ ਕਰੂਗਾ। ਜੋ ਅਧਿਆਤਮ ਦੇ ਬਾਰੇ ਜੇ ਕਿਸੇ ਨੂੰ ਕੁਛ ਨਹੀਂ ਪਤਾ, ਇਸ ਰਾਹ ਦੇ ਬਾਰੇ ਨਹੀਂ ਪਤਾ, ਉਹ ਇਸ ਰਾਹ ਦੇ ਉੱਤੇ ਤੁਰਨ ਵੀ ਲੱਗ ਜੂਗਾ। ਉਹ ਇਸ ਰਾਹ ਨੂੰ ਚੰਗੀ ਤਰ੍ਹਾਂ ਦੇਖਣ ਵੀ ਲੱਗ ਜੂਗਾ ਤੇ ਬੋਲਣ ਵੀ ਲੱਗ ਜੂਗਾ। ਉਹ ਆਪ ਕਥਾ ਵੀ ਕਰਨ ਲੱਗ ਜਾਏਗਾ। ਸਰਬ ਕਾਮਨਾ ਦਾਇਕ ਗ੍ਰੰਥਾ। ਇਹ ਗ੍ਰੰਥ ਦੀ ਜੋ ਬਾਣੀ ਹੈ, ਇਹ ਸਾਰੀ ਕਾਮਨਾਵਾਂ ਨੂੰ ਪੂਰਨ ਕਰਨ ਵਾਲੀ ਹੈ। ਮਨ ਬਾਂਛਤ ਫਲ ਮਿਲੈ ਤੁਰੰਤਾ। ਤੇ ਤਤ ਛਿਨ ਹੀ ਮਹਾਰਾਜ ਜੀ ਉਹਨਾਂ ਨੂੰ ਤਥਾਸਤੂ ਕਹਿ ਕਰਕੇ ਉਹਨਾਂ ਦੇ ਸਾਰੇ ਮਨ ਦੀਆਂ ਇੱਛਾਵਾਂ ਪੂਰਨ ਕਰ ਦਿੰਦੇ ਨੇ। ਰੋਮਾਵਲੀ ਅਸਮ ਮੇਦ ਗਜ ਮੇਦ ਦਤ ਵਿਦਵਤ। ਹੋਤ ਪ੍ਰਾਪਤ ਪਠਤ ਅਰ ਸ਼ਰਣਵਤ। ਮਹਾਰਾਜ ਕਹਿੰਦੇ ਨੇ ਕਿ ਪਹਿਲੇ ਜ਼ਮਾਨੇ ਦੇ ਵਿੱਚ ਜੇ ਕੋਈ ਵਿਧੀ ਅਨੁਸਾਰ ਅਸ਼ਮਵੇਦ ਤੇ ਗਜਮੇਦ ਯੱਗ ਕਰਦਾ ਸੀ ਵਿਧਪੂਰਵਕ, ਤੇ ਫਿਰ ਉਹਨਾਂ ਨੂੰ ਭਾਰੀ ਫਲ ਦੀ ਪ੍ਰਾਪਤੀ ਹੁੰਦੀ ਸੀ। ਪਰ ਕਲਯੁਗ ਦੇ ਸਮੇਂ ਦੇ ਵਿੱਚ ਇਹੋ ਜਿਹੇ ਵੱਡੇ ਯੱਗ ਨਹੀਂ ਕੀਤੇ ਜਾ ਸਕਦੇ। ਸੋ ਇਸ ਕਰਕੇ ਮਹਾਰਾਜ ਨੇ ਬਾਣੀ ਦੀ ਰਚਨਾ ਕੀਤੀ ਹੈ। ਜੇ ਕੋਈ ਇਹਨੂੰ ਪੜ੍ਹੇ ਜਾਂ ਸੁਣੇ, ਉਹਨੂੰ ਉਸੇ ਪ੍ਰਕਾਰ ਜੋ ਪਹਿਲਾਂ ਯੁੱਗਾਂ ਦੇ ਵਿੱਚ ਅਸ਼ਮਵੇਦ ਅਤੇ ਜਗਮੇਦ ਦਾ ਫਲ ਹੁੰਦਾ ਸੀ, ਉਸ ਤੋਂ ਵੀ ਵੱਡੇ ਫਲ ਦੀ ਪ੍ਰਾਪਤੀ ਹੋਵੇਗੀ। ਮਨ ਬਚ ਕਾਇਕ ਪਾਪ ਪਰ ਹਰੈ। ਮਨ ਦੇ ਵਿੱਚ ਜੋ ਰੋਗ ਨੇ, ਬਚਨ ਦੇ ਵਿੱਚ ਜਿਹੜੇ ਰੋਗ ਨੇ, ਤੇ ਕਾਇਆ ਦੇ ਵਿੱਚ ਜਿਹੜੇ ਰੋਗ ਨੇ, ਉਹ ਸਾਰੇ ਦੂਰ ਹੋਣਗੇ।
ਸਨੇਹ ਸਹਿਤ ਸਰਣਵੈ ਯਾ ਰਰੈ। ਕੋਈ ਪ੍ਰੇਮ ਭਗਤੀ ਦੇ ਵਿੱਚ ਭਾਵਨਾ ਦੇ ਨਾਲ ਇਹਨੂੰ ਸੁਣੈ ਜਾਂ ਗਾਵੈ। ਸ਼ੰਕਰ ਮਹਾਬਲੀ ਰੋਗੀ ਰੋਗ ਨਸੈ ਸਭ ਰੋਗਾ, ਕਰ ਅਰੋਗ ਬਰਕਤ ਸੁਰ ਤੋਗਾ। ਸਾਰੇ ਰੋਗਾਂ ਨੂੰ ਨਾਸ਼ ਕਰੂਗੀ ਬਾਣੀ। ਕਰ ਅਰੋਗ ਉਹਦੀ ਜੋ ਕਾਇਆ ਹੈ, ਸਰੀਰ ਹੈ, ਮਨ ਹੈ, ਬਚਨ ਹੈ, ਜਿਹੜੇ 3 ਪ੍ਰਕਾਰ ਦੇ ਤਾਪ ਹੁੰਦੇ ਨੇ, 3 ਪ੍ਰਕਾਰ ਦੇ ਰੋਗ ਹੁੰਦੇ ਨੇ, ਵਾਤ ਪਿੱਤ ਕਫ, ਇਹ ਸਾਰੇ ਰੋਗਾਂ ਨੂੰ ਨਾਸ਼ ਕਰਨ ਵਾਲੀ ਬਾਣੀ ਹੈ। ਆਯੂ ਬ੍ਰਿਧ ਬੈਸ ਸਭ ਸੁਖੀ, ਤੇ ਜਿੰਨੀ ਆਯੂ ਲਿਖੀ ਹੋਈ ਹੈ ਉਹ ਚੰਗੀ ਤਰ੍ਹਾਂ ਉਹਨੂੰ ਭੋਗੇਗਾ, ਸਰੀਰ ਦੇ ਵੀ ਸਾਰੇ ਸੁੱਖ ਮਾਣੂਗਾ ਤੇ ਅਧਿਆਤਮ ਦੇ ਜੀਵਨ ਦੇ ਵਿੱਚ ਵੀ ਉਹ ਸਾਰੇ ਸੁੱਖ ਮਾਣੂਗਾ। ਪਠੈ ਸੁਣੈ ਇਤਿਹਾਸ ਗੁਰਮੁਖੀ, ਇਸ ਗੁਰਮੁਖੀ ਭਾਸ਼ਾ ਦੇ ਵਿੱਚ ਮਹਾਰਾਜ ਨੇ ਜੋ ਹੈ ਗ੍ਰੰਥ ਦੀ ਰਚਨਾ ਲਿਖੀ ਹੈ। ਇਸ ਦੀ ਬਾਣੀ ਕੋਈ ਇਤਿਹਾਸ ਦੇ ਨਾਲ ਪੜ੍ਹ ਕੇ ਸਰਵਣ ਕਰੇ ਜਾਂ ਗਾਵੇ। ਅਮੋਘ ਰੂਪੀ ਗਿਆਨ ਹੇਤ ਜੋ ਸੁਨੈ ਜਗਿਆਸੀ, ਪ੍ਰਾਪਤ ਹੋਏ ਗਿਆਨ ਅਬਿਨਾਸੀ। ਤੇ ਜੇ ਕੋਈ ਆਤਮ ਗਿਆਨ ਦੇ ਲਈ ਗ੍ਰੰਥ ਦਾ ਪਾਠ ਕਰੇ, ਉਹਦੇ ਮਨ ਦੇ ਵਿੱਚ ਇੱਛਾ ਹੋਵੇ ਕਿ ਮੈਂ ਜੋਤੀ ਸਰੂਪ ਆਤਮਾ ਦੇ ਦਰਸ਼ਨ ਕਰਨੇ ਨੇ, ਉਸ ਆਤਮਾ ਦੇ ਬਾਰੇ ਜਾਣਨਾ ਹੈ ਤੇ ਉਸ ਆਤਮਾ ਦੇ ਵਿੱਚ ਲੀਨ ਹੋਣਾ ਹੈ, ਤੇ ਮਹਾਰਾਜ ਕਹਿੰਦੇ ਨੇ ਕਿ ਪ੍ਰਾਪਤ ਹੋਏ ਗਿਆਨ ਅਬਿਨਾਸੀ। ਇਸ ਗ੍ਰੰਥ ਦਾ ਪਾਠ ਕਰਕੇ ਉਹਨੂੰ ਆਤਮ ਗਿਆਨ ਦੀ ਵੀ ਪ੍ਰਾਪਤੀ ਹੋ ਜਾਊਗੀ। ਤਤ ਗਿਆਨ ਉਪਜੈ ਬੁੱਧ ਨਿਰਮਲ, ਉਹਨੂੰ ਨਿਰਮਲ ਜਿਹੜਾ ਗਿਆਨ ਹੈ, ਤਤ ਦਾ ਜਿਹੜਾ ਗਿਆਨ ਹੈ, ਆਤਮ ਪਰਮਾਤਮ ਦੇ ਬਾਰੇ, ਜੀਵ ਤੇ ਜਗਤ ਤੇ ਈਸ਼ਵਰ ਦੇ ਬਾਰੇ, ਇਹਨੂੰ ਸਾਰਾ ਗਿਆਨ ਮਿਲ ਜਾਵੇਗਾ। ਕਰੇ ਪ੍ਰਗਾਸ ਵਿਵੇਕ ਹੱਥ ਕਸਮਲ, ਸਾਰੇ ਰੋਗਾਂ ਨੂੰ, ਸਾਰੇ ਪਾਪਾਂ ਨੂੰ ਨਾਸ਼ ਕਰਨ ਵਾਲਾ ਤੇ ਜਿਗਿਆਸੂ ਤੇ ਭਗਤ ਦੇ ਹਿਰਦੇ ਦੇ ਵਿੱਚ ਤੇ ਬੁੱਧੀ ਦੇ ਵਿੱਚ ਵਿਵੇਕ ਲਿਆਉਣ ਵਾਲਾ। ਅਮੋਘ ਬਰਣੀ ਅਬ ਕੇ ਪਾਪ ਪੂਰਬਲੋ ਪਾਪਾ, ਮਿਟੈ ਸਕਲ ਜੀਵਨ ਸੰਤਾਪਾ। ਜਿਹੜੇ ਹੁਣ ਦੇ ਪਾਪ ਨੇ, ਜੋ ਅਸੀਂ ਹਰ ਰੋਜ਼ ਹੀ ਕਰੀ ਜਾਂਦੇ ਹਾਂ, ਕਈ ਆਪਾਂ ਪਾਪ ਜਾਣ ਬੁੱਝ ਕੇ ਕਰਦੇ ਹਾਂ, ਕਈ ਅਚਨਚੇਤ ਹੀ ਹੋ ਜਾਂਦੇ ਨੇ। ਸੋ ਉਹ ਵੀ ਪਾਪ, ਉਸ ਨੂੰ ਮਿਟਾਉਣ ਲਈ ਬਾਣੀ ਪੜ੍ਹੀਏ। ਪੂਰਬਲੋ ਪਾਪਾ, ਜਿਹੜੇ ਪਹਿਲਾਂ ਜਨਮਾਂ ਦੇ ਵਿੱਚ ਕੀਤੇ ਹੋਏ ਹਨ, ਜਿਹੜੇ ਸੰਚਿਤ ਕਰਮ ਦੇ ਵਿੱਚ ਜੁੜੇ ਹੋਏ ਹਨ, ਉਹਨੂੰ ਵੀ ਨਾਸ਼ ਕਰ ਦੇਵੇਗੀ ਬਾਣੀ। ਮਿਟੈ ਸਕਲ ਜੀਵਨ ਸੰਤਾਪਾ, ਤੇ ਜਿਹੜੇ ਪ੍ਰਾਲਬਧ ਦੇ ਵਿੱਚ ਇਹ ਜੀਵਨ ਅਸੀਂ ਗੁਜ਼ਾਰ ਰਹੇ ਹਾਂ, ਇਹਦੇ ਵਿੱਚ ਵੀ ਜੋ ਸੰਤਾਪ ਨੇ, ਦੁੱਖ ਨੇ, ਕਲੇਸ਼ ਨੇ, ਉਹਨਾਂ ਸਾਰਿਆਂ ਨੂੰ ਨਾਸ਼ ਕਰਨ ਦੇ ਸਮਰੱਥ ਹੈ ਬਾਣੀ। ਪਰਬ ਉਤ ਸਭ ਬਿਧ ਕਰੈ, ਜੋ ਗੁਰਪੂਰਬ ਆਉਂਦੇ ਨੇ, ਖਾਲਸੇ ਦੇ ਮਹੱਲੇ ਹੁੰਦੇ ਨੇ, ਉਹ ਉਸ ਉਤਸਵ ਨੂੰ ਵਿਧੀ ਪੂਰਵਕ ਕਰੇ। ਆਰਤੀ ਸਮੇਂ ਪੂਜਨ ਅਨੁਸਰੈ, ਤੇ ਮਹਾਰਾਜ ਜੀ ਦੀ ਆਰਤੀ ਕਰੇ, ਆਰਤੀ ਆਰਤਾ ਦੇ ਸ਼ਬਦ ਗਾਇਨ ਕਰੇ। ਸਰਬਲੋ ਦੇ ਵਿੱਚ ਮਹਾਰਾਜ ਜੀ ਨੇ ਨਿਰਗੁਣ ਆਰਤੀ ਵੀ ਦੱਸੀ ਹੈ ਕਿ ਉਸ ਆਤਮਾ ਦੀ ਨਿਰਗੁਣ ਉਸਤਤ ਕਿਵੇਂ ਕਰੀ ਜਾਂਦੀ ਹੈ, ਤੇ ਸਰਗੁਣ ਉਪਾਸ਼ਨਾ ਵੀ ਮਹਾਰਾਜ ਨੇ ਦੱਸੀ ਹੈ। ਜੋ ਖਾਲਸਾ ਅੱਜ ਮਹਾਰਾਜ ਜੀ ਦੇ ਅੱਗੇ ਥਾਲ ਸਜਾ ਕਰਕੇ ਫੁੱਲਾਂ ਦੀ ਵਰਖਾ ਕਰਦਾ ਹੈ, ਸ਼ੰਖ ਵਜਾਉਂਦਾ ਹੈ, ਨਾਦ ਵਜਾਉਂਦਾ ਹੈ, ਸੋ ਇਹ ਸਾਰੀ ਜੋ ਮਹਾਰਾਜ ਨੇ ਦੱਸੀ ਹੈ ਕਿ ਉਤ ਸਭ ਵਿਧ ਕਰੈ, ਇਹ ਸਾਰੀ ਵਿਧੀ ਹੈ ਜੋ ਖਾਲਸੇ ਨੂੰ ਮਹਾਰਾਜ ਨੇ ਦਿੱਤੀ ਹੈ। ਤੇ ਇਸ ਵਿਧੀ ਦੇ ਨਾਲ ਕੋਈ ਪੂਜਨ ਕਰੇ ਤੇ ਉਹਨੂੰ ਸਾਰੇ ਫਲ ਦੀ ਪ੍ਰਾਪਤੀ ਹੁੰਦੀ ਹੈ। ਅਨੰਤ ਛਬੀ ਪੰਚੋਪਚਾਰ ਪੂਜੈ ਸਰਬ ਲੋਹੰ, ਮਹਾਰਾਜ ਕਹਿੰਦੇ ਨੇ ਸਰਬਲੋ ਮਹਾਰਾਜ ਦੀ ਜਿਹੜੀ ਪੂਜਾ ਹੈ, ਆਦਿ ਦਰਬਾਰ, ਦਸਮ ਦਰਬਾਰ ਤੇ ਸਰਬਲੋ ਦਰਬਾਰ, ਇਹਨਾਂ ਦੀ ਜੋ ਪੂਜਾ ਹੈ 5 ਪ੍ਰਕਾਰ ਨਾਲ ਕਰੇ। ਪੰਚੋਪਚਾਰ ਪੂਜੈ ਸਰਬ ਲੋਹੰ, 5 ਤਰੀਕੇ ਦੇ ਨਾਲ ਕਿਵੇਂ, ਕਿਹੜੀਆਂ ਨੇ? ਮਹਾਰਾਜ ਕਹਿੰਦੇ ਨੇ ਕਿ ਇੱਕ ਤਾਂ ਫੁੱਲ ਅਰਪਣ ਕਰਨੇ, ਨਾਰੀਅਲ ਅਰਪਣ ਕਰਨਾ, ਸਜਾਵਟ ਕਰਨੀ ਮਹਾਰਾਜ ਦੇ ਦਰਬਾਰ ਦੀ, ਅੰਨ ਪਾਵ ਥਾਲ ਸਜਾ ਕਰਕੇ ਲੰਗਰ ਪਰੋਸਣਾ, ਤੇ ਬਸਤਰ ਭਾਵ ਰੁਮਾਲੇ ਦੇਣੇ, ਇਹ ਪੰਚੋਪਚਾਰ ਨੇ। ਸੋ ਇਸ ਤਰੀਕੇ ਨਾਲ ਪੰਚੋਪਚਾਰ ਪੂਜੈ ਸਰਬ ਲੋਹੰ, ਗੁਰਬਾਣੀ ਦੀ ਪੂਜਾ ਕਰੇ।
ਗ੍ਰੰਥ ਹਰੀ ਮੈਂ ਭੇਦ ਨਾ ਕੋਹੰ, ਜਿਹੜੇ ਕਹਿੰਦੇ ਨੇ ਨਾ ਕਿ ਅਕਾਲ ਪੁਰਖ ਵੱਖਰਾ ਹੈ ਅਤੇ ਆਦ ਦਸਮ ਅਤੇ ਸਰਬਲੋ ਮਹਾਰਾਜ ਵੱਖਰੇ ਨੇ, ਇਹ ਸਿਰਫ ਬਾਣੀ ਰੂਪ ਹੈ, ਉਹਨਾਂ ਦੇ ਮਹਾਰਾਜ ਚਪੇੜ ਲਾਉਂਦੇ ਨੇ। ਕਹਿੰਦੇ ਨੇ ਗ੍ਰੰਥ ਹਰੀ ਮੈਂ ਭੇਦ ਨਾ ਕੋਹੰ, ਜੋ ਮਹਾਰਾਜ ਦਾ ਇਹ ਸਰੂਪ ਹੈ ਅਤੇ ਹਰੀ ਪਰਮੇਸ਼ਰ ਅਕਾਲ ਪੁਰਖ ਦੇ ਵਿੱਚ ਕੋਈ ਭੇਦ ਨਹੀਂ, ਇਹ ਮਹਾਰਾਜ ਜੀ ਆਪ ਪ੍ਰਤੱਖ ਨੇ। ਆਰਤੀ ਸਮੇਂ ਸਮੇਂ ਪਰ ਕਰੈ, ਉਦਾਰ ਚਿੱਤ ਹੋਵੈ ਪੂਜ ਅਨੁਸਰੈ। ਸਮੇਂ ਸਮੇਂ ਅਨੁਸਾਰ ਆਰਤੀ ਕਰਦੇ ਰਵੇ, ਰਹਿ ਰਾਸ ਸਾਹਿਬ ਜੀ ਦਾ ਪਾਠ ਕਰਕੇ ਆਰਤੀ ਆਰਤਾ ਦੇ ਸ਼ਬਦ ਗਾਇਨ ਕਰੇ। ਉਦਾਰ ਚਿੱਤ ਹੋਵੈ ਪੂਜ ਅਨੁਸਰੈ, ਪ੍ਰੇਮ ਨੂੰ ਪ੍ਰਗਟ ਕਰਕੇ ਆਪਣੇ ਚਿੱਤ ਦੇ ਵਿੱਚ ਚੰਗੀ ਤਰ੍ਹਾਂ ਵਿਧੀ ਅਨੁਸਾਰ ਪੂਜਾ ਕਰੇ। ਸੇਸ ਰਸਨਾ ਧਵਜਾ ਕੁੰਭ ਤੋਰਨ ਨਰ ਪੱਲਵ, ਪੁਸ਼ਪ ਫਲਨ ਜੁਤ ਬਾਂਧੇ ਬੱਲਬ। ਸੋ ਇਹ ਪੰਚੋਪਚਾਰ ਹੈ। ਨਿਸ਼ਾਨ ਸਾਹਿਬ ਉੱਥੇ ਹੋਵਾ ਝੁਰਦਾ ਹੋਵੇ, ਕੁੰਭ ਹੋਵੇ, ਨਾਰੀਅਲ ਫਲ ਆਦਿਕ ਪੁਸ਼ਪ ਹੋਣ, ਇਹ ਸਾਰੀ ਵਿਧੀ ਹੈ ਮਹਾਰਾਜ ਨੇ ਦੱਸੀ। ਪੰਜ ਤੁਰ ਬਾਦਿੱਤਰ ਬਜਾਵੈ, ਉੱਥੇ ਨਗਾੜੇ ਵੱਜਦੇ ਹੋਣ ਆਰਤੀ ਆਰਤਾ ਦਾ ਸਮੇਂ, ਸ਼ੰਖ ਦਾ ਨਾਦ ਹੋਵੇ, ਟਲੀਆਂ ਵੱਜਦੀਆਂ ਹੋਣ, ਇਸ ਤਰੀਕੇ ਨਾਲ ਮਹਾਰਾਜ ਦੀ ਆਰਤੀ ਕਰਨੀ। ਰਾਗ ਰਾਗਨੀ ਪਦ ਸਭ ਗਾਵੈ, ਫਿਰ ਚੰਗੀ ਤਰ੍ਹਾਂ ਸੁਧਾਰ ਕਰਕੇ ਰਾਗ ਦੇ ਵਿੱਚ ਗਾਵੈ। ਪਦ ਸਭ ਗਾਵੈ, ਜੋ ਛੰਦ ਮਹਾਰਾਜ ਨੇ ਲਿਖੇ ਹਨ ਆਰਤੀ ਆਰਤਾ ਦੇ ਵਿੱਚ, ਨਿਰਗੁਣ ਆਰਤੀ ਦੇ ਵਿੱਚ, ਉਹਨੂੰ ਚੰਗੀ ਤਰ੍ਹਾਂ ਪ੍ਰੇਮ ਦੇ ਨਾਲ ਗਾਵੈ। ਧਰਮ ਮੁਖੀ ਨਾਰਦੀ ਭਗਤ ਕਰੇ ਸਰਬ ਲੋਹੰ। ਸੋ ਕਹਿੰਦੇ ਨੇ ਪੁਰਾਤਨ ਕਥਾ ਦੇ ਅਨੁਸਾਰ ਕਿ ਪ੍ਰੇਮਾ ਭਗਤੀ ਦੀ ਜਿਹੜੀ ਲੜੀ ਹੈ, ਜੋ ਪ੍ਰਸੰਗ ਹੈ, ਉਹ ਨਾਰਦ ਰਿਸ਼ੀ ਜੀ ਉਹਨਾਂ ਤੋਂ ਸ਼ੁਰੂ ਹੋਈ। ਸੋ ਜਿਸ ਪ੍ਰਕਾਰ ਨਾਰਦ ਜੀ ਨੇ ਮਹਾਰਾਜ ਦੀ ਉਸਤਤ ਕੀਤੀ ਹੈ, ਉਹ ਪ੍ਰੇਮਾ ਭਗਤੀ ਨੂੰ ਮੁੱਖ ਰੱਖਦੇ ਹੋਏ ਅਸੀਂ ਵੀ ਮਹਾਰਾਜ ਦੇ ਚਰਨਾਂ ਦੇ ਵਿੱਚ ਸੀਸ ਨਿਵਾਈਏ ਅਤੇ ਪ੍ਰੇਮ ਦੇ ਨਾਲ ਮਹਾਰਾਜ ਦੀ ਉਸਤਤ ਕਰੀਏ। ਪ੍ਰੇਮਾ ਮਗਨ ਉਮਾਹ ਪਦ ਛੋਹੰ, ਫਿਰ ਪ੍ਰੇਮ ਦੇ ਨਾਲ ਬਾਣੀ ਦਾ ਉਚਾਰਨ ਕਰੀਏ। ਭੂਸਨ ਬਸਨ ਸੁਗੰਧ ਪਕਵਾਨਾ, ਅਰਪੈ ਹਿਤ ਕਰ ਸ੍ਰੀ ਭਗਵਾਨਾ। ਭੂਸ਼ਣ ਮਹਾਰਾਜ ਨੂੰ ਚੰਗੇ ਚੰਗੇ ਭੂਸ਼ਣ ਭਾਵ ਸਜਾਵਟ ਦੀਆਂ ਚੀਜ਼ਾਂ ਪੇਸ਼ ਕਰਨੀ। ਬਸਨ ਅਤੇ ਸੁਗੰਧ ਮਹਾਰਾਜ ਜੀ ਨੂੰ ਚੰਗੇ ਰੁਮਾਲੇ ਪੇਸ਼ ਕਰਨੇ, ਸੁਗੰਧਿਤ ਚੀਜ਼ਾਂ ਪੇਸ਼ ਕਰਨੀਆਂ ਅਤੇ ਚੰਗੇ ਪਕਵਾਨ ਬਣਾ ਕਰਕੇ ਮਹਾਰਾਜ ਜੀ ਨੂੰ ਭੋਗ ਲਾਉਣਾ। ਅਰਪੈ ਹਿਤ ਕਰ ਸ੍ਰੀ ਭਗਵਾਨਾ, ਇਹ ਸਾਰਾ ਕੁਛ ਮਹਾਰਾਜ ਜੀ ਦੇ ਨਿਮਿਤ ਕਰਨਾ। ਸੰਤ ਮਨਾਵੈ ਪੂਜੈ ਗ੍ਰੰਥਾ, ਅਤੇ ਜਿਹੜੇ ਸੰਤ ਜਨ ਆਉਂਦੇ ਨੇ ਇਹੋ ਜਿਹੇ ਸਮਾਗਮਾਂ 'ਤੇ, ਉਹਨਾਂ ਨੂੰ ਚੰਗੀ ਵਿਧੀ ਅਨੁਸਾਰ ਮਨਾਵੈ, ਭਾਵ ਉਹਨਾਂ ਦੀ ਵੀ ਪੂਜਾ ਕਰੈ, ਅਤੇ ਫਿਰ ਉਹਨਾਂ ਦੇ ਨਾਲ ਮਿਲ ਕਰਕੇ ਆਦ ਦਸਮ ਅਤੇ ਸਰਬਲੋ ਦਰਬਾਰ ਦੀ ਪੂਜਾ ਕਰੇ। ਦਰਸ ਪਰਸ ਪਾਵੈ ਪਟ ਸੰਥਾ, ਫਿਰ ਮਹਾਰਾਜ ਜੀ ਦੇ ਸਨਮੁਖ ਹੋ ਕਰਕੇ ਦਰਸ਼ਨ ਪਰਸਨ ਕਰਕੇ ਮਹਾਰਾਜ ਜੀ ਦੇ ਨਾਲ ਚੰਗੇ ਮਿੱਠੇ ਵਚਨ ਬੋਲਣੇ। ਮੰਗਲ ਦਰਬੇ ਕਦਲੀ ਤਰ ਦੁਆਰੇ, ਆਰੰਭ ਸਮੇਂ ਸਦ ਗ੍ਰੰਥ ਅਨੁਸਾਰੇ। ਅਤੇ ਜੇ ਕੋਈ ਵਿਘਨ ਆ ਪੜੇ ਜਾਂ ਕੋਈ ਪਰਬ ਹੋਵੇ ਅਤੇ ਮਹਾਰਾਜ ਜੀ ਦੇ ਸਹਿਜ ਪਾਠਾਂ ਦਾ ਭੋਗ ਪਾਉਣਾ। ਸਮੇਂ ਸਮੇਂ ਗ੍ਰੰਥ ਪੜ੍ਹੇ ਅਤੇ ਆਰੰਭ ਦੇ ਵਿੱਚ ਵਿਧੀ ਅਨੁਸਾਰ ਜੋ ਪੰਚੋਪਚਾਰ ਹੈ ਉਹਨੂੰ ਸੰਪੂਰਨ ਢੰਗ ਦੇ ਨਾਲ ਨਿਭਾਵੇ। ਉਲਾਲੀ ਪਾਠ ਸਮਾਪਤ ਗ੍ਰੰਥ ਹੋਇ ਜਬੈ, ਜਬ ਮਹਾਰਾਜ ਜੀ ਦਾ ਸਹਿਜ ਪਾਠ ਦਾ ਭੋਗ ਪਵੇ ਜਾਂ ਅਖੰਡ ਪਾਠ ਸਾਹਿਬ ਜੀ ਦਾ ਭੋਗ ਪਵੇ। ਕਰਾਹ ਗੁਰਪੂਰਬ ਕਰੈ ਸਿੱਖ ਤਬੈ, ਗੁਰਪੁਰਬਾਂ ਦੇ ਉੱਤੇ ਕੜਾਹ ਪ੍ਰਸ਼ਾਦ ਦੇਗ ਪਾਣੀ ਸਜਾ ਕਰਕੇ ਮਹਾਰਾਜ ਜੀ ਨੂੰ ਅਰਪਣ ਕਰੇ, ਭੋਗ ਲਵਾਵੇ। ਪੂਜੈ ਸਰਬ ਲੋਹ ਭਗਵਾਨਾ, ਅਰਪੈ ਸਰਬ ਕਾਮਨਾ ਪ੍ਰਧਾਨਾ। ਫਿਰ ਪੂਜਾ ਕਰਨੀ ਮਹਾਰਾਜ ਜੀ ਦੀ, ਸਰਗੁਣ ਪੂਜਾ ਕਰਨੀ, ਨਿਰਗੁਣ ਪੂਜਾ ਕਰਨੀ। ਫਿਰ ਅਰਪੈ ਸਰਬ ਕਾਮਨਾ ਪ੍ਰਧਾਨਾ, ਫਿਰ ਮਹਾਰਾਜ ਜੀ ਨੂੰ ਅਰਦਾਸ ਦੇ ਵਿੱਚ ਆਪਣੀ ਕਾਮਨਾ ਸੁਣਾਉਣੀ ਕਿ ਮਹਾਰਾਜ ਜੀ ਇਹ ਸਾਡੇ ਕਾਰਜ ਨੇ, ਇਹ ਆਪ ਜੀ ਨੇਪੜੇ ਚਾਰੋ ਜੀ। ਪੁਸ਼ਪ ਅੰਜਲੀ ਪੂਜੈ ਹਰ ਦੇਵਾ,
ਸਰਬ ਫਲ ਸਰਬ ਅੰਨ ਸਭ ਮੇਵਾ। ਫਿਰ ਮਹਾਰਾਜ ਜੀ ਨੂੰ ਫੁੱਲਾਂ ਦੀ ਵਰਖਾ ਕਰਨੀ, ਹੱਥ ਦੇ ਵਿੱਚ ਲੈ ਕਰਕੇ ਫੁੱਲ ਚੜਾਉਣੇ। ਮਹਾਰਾਜ ਜੀ ਜੋ ਵੱਡੇ ਦੇਵਤੇ ਨੇ ਉਹਨਾਂ ਦੀ ਇਸ ਵਿਧੀ ਅਨੁਸਾਰ ਪੂਜਾ ਕਰਨੀ। ਇਹਦੇ ਨਾਲ ਸਰਬ ਫਲਾਂ ਦੀ ਪ੍ਰਾਪਤੀ ਹੁੰਦੀ ਹੈ। ਸਰਬ ਅੰਨ ਸਭ ਮੇਵਾ, ਮਹਾਰਾਜ ਜੀ ਨੂੰ ਅੰਨ ਵੀ ਦੇਣਾ, ਮਹਾਰਾਜ ਜੀ ਨੂੰ ਮੇਵੇ ਵੀ ਦੇਣੇ, ਅਤੇ ਫਿਰ ਪ੍ਰਸ਼ਾਦ ਦੇ ਰੂਪ ਦੇ ਵਿੱਚ, ਸੰਗਤੀ ਰੂਪ ਦੇ ਵਿੱਚ ਇਹਨੂੰ ਵਰਤਾ ਦੇਣਾ। ਨਹਿ ਕਪਟ ਹੋਏ ਪੂਜੈ ਯਾ ਗ੍ਰੰਥਾ, ਦਿਲ ਦੇ ਵਿੱਚ ਕੋਈ ਕਪਟ ਨਾ ਹੋਵੇ। ਭਾਵ ਅਸੀਂ ਜੋ ਸੰਗਤ ਇਕੱਠੀ ਹੋਈ ਹੈ ਉਹਨਾਂ ਨੂੰ ਆਪਣੇ ਅਧੀਨ ਕਰਨ ਦੇ ਲਈ ਇਸ ਵਿਧੀ ਅਨੁਸਾਰ ਪੂਜਾ ਨਾ ਕਰੀਏ ਕਿ ਲੋਕ ਮੈਨੂੰ ਦੇਖ ਕਰਕੇ ਮੇਰੀ ਵਾਹ ਵਾਹ ਕਰਨਗੇ। ਇਹ ਕਪਟ ਅਨੁਸਾਰ ਪੂਜਾ ਹੁੰਦੀ ਹੈ, ਬਿਨਾਂ ਕਪਟ ਦੇ, ਸਿਰਫ ਇੱਕ ਲਕਸ਼ ਨੂੰ ਰਹਿ ਕਰਕੇ ਕਿ ਇਹ ਮਹਾਰਾਜ ਨੇ ਅਤੇ ਇਹਨਾਂ ਦੇ ਚਰਨਾਂ ਦੇ ਨਾਲ ਮੇਰੀ ਪ੍ਰੀਤੀ ਬਣੀ ਆਵੇ, ਇਸ ਕਰਕੇ ਮਹਾਰਾਜ ਦੀ ਪੂਜਾ ਕਰਨੀ ਹੈ, ਨਾ ਕਿ ਲੋਕ ਦੀ ਉਸਤਤ ਲੈਣ ਲਈ। ਸਰਦਾ ਯੁਗਤ ਸੁਣੈ ਨਿਤ ਸੰਥਾ, ਅਤੇ ਪਾਠ ਨੂੰ ਚੰਗੀ ਤਰ੍ਹਾਂ ਸੁਣਨਾ ਸ਼ਰਧਾ ਦੇ ਨਾਲ। 68 ਤੀਰਥ ਤਪ ਬ੍ਰਤ ਸਾਧਨ ਹੋਤ ਪ੍ਰਾਪਤ ਗ੍ਰੰਥ ਸਮਾਗਮ। ਜਿਹੜੇ 68 ਤੀਰਥ ਨੇ ਉਹਨਾਂ ਦਾ ਇਸ਼ਨਾਨ ਕਰਨ ਦਾ, ਉੱਥੇ ਜਾ ਕਰ ਕੇ ਪੁੰਨਦਾਨ ਕਰਨ ਦਾ, ਸੇਵਾ ਕਰਨ ਦਾ ਜੋ ਫਲ ਹੈ, ਤਪ ਕਰਨ ਦਾ ਜੋ ਫਲ ਹੈ, ਬ੍ਰਤ ਰੱਖਣ ਦਾ ਜੋ ਫਲ ਹੈ, ਅਨੇਕ ਸਾਧਨ ਕਰਨ ਦੇ ਜਿਹੜੇ ਫਲ ਹਨ, ਹੋਤ ਪ੍ਰਾਪਤ ਗ੍ਰੰਥ ਸਮਾਗਮ। ਇਹੋ ਜਿਹੇ ਸਮਾਗਮਾਂ 'ਤੇ ਜਾ ਕਰਕੇ ਨਤਮਸਤਕ ਹੋਈਏ ਮਹਾਰਾਜ ਨੂੰ, ਅਤੇ ਸਾਰੇ ਫਲ ਮਹਾਰਾਜ ਜੀ ਸਿੱਖ ਦੇ ਝੋਲੀ ਦੇ ਵਿੱਚ ਪਾ ਦਿੰਦੇ ਨੇ। ਸਾਤਪੁਰੀ ਕੇ ਰਟਨ ਕੋ ਫਲਾ, ਹੋਏ ਪ੍ਰਾਪਤ ਬਖਤਾ ਫੁਨ ਫਲ। ਕਹਿੰਦੇ ਨੇ ਜੋ ਸਪਤ ਲੋਕ ਨੇ, ਮਾਤ ਲੋਕ ਤੋਂ ਲੈ ਕਰਕੇ ਬ੍ਰਹਮਪੁਰੀ ਤੱਕ ਜੋ ਚੰਗੇ ਚੰਗੇ ਫਲ ਨੇ ਉਹ ਮਹਾਰਾਜ ਜੀ ਸਿੱਖ ਦੇ ਝੋਲੀ ਦੇ ਵਿੱਚ ਪਾ ਦਿੰਦੇ ਨੇ। ਹੋਏ ਪ੍ਰਾਪਤ ਬਖਤਾ ਪੁੰਨ ਫਲ, ਅਤੇ ਜੇ ਕੋਈ ਪਾਠ ਨੂੰ ਚੰਗੀ ਤਰ੍ਹਾਂ ਪੜ੍ਹੇ ਅਤੇ ਸੰਗਤ ਨੂੰ ਸੁਣਾਵੇ, ਉਹਨਾਂ ਨੂੰ ਪੁੰਨ ਫਲ ਦੀ ਪ੍ਰਾਪਤੀ ਹੁੰਦੀ ਹੈ। ਪਰਮਾਨੰਦੀ ਸ਼ਰੋਤਾ ਬਖਤਾ ਸਕਲ ਨਿਸਤਰੈ, ਜਿਹੜੇ ਪਾਠ ਨੂੰ ਸੁਣਦੇ ਨੇ ਅਤੇ ਜਿਹੜੇ ਪਾਠ ਦਾ ਉਚਾਰਨ ਕਰਦੇ ਨੇ ਉਹ ਵੀ ਭਵਸਾਗਰ ਤੋਂ ਪਾਰ ਹੋ ਜਾਂਦੇ ਨੇ। ਸਾਵਧਾਨ ਹੋਇ ਪਠਿਤ ਸ਼ਰਵਨ ਕਰੈ, ਪਰ ਇਹਨੂੰ ਸੁਣਨਾ ਕਿਵੇਂ ਹੈ? ਸਾਵਧਾਨ ਹੋ ਕਰਕੇ, ਸਾਵਧਾਨ ਇਕਾਗਰ ਚਿੱਤ, ਆਪਣੇ ਮਨ ਨੂੰ ਇਹ ਸਮਝਾਉਣਾ ਕਿ ਅਸੀਂ ਅਕਾਲ ਪੁਰਖ ਦੇ ਸਨਮੁਖ ਹੋ ਕਰਕੇ ਇਹ ਪਾਠ ਸੁਣ ਰਹੇ ਹਨ। ਅਤੇ ਜਿਹੜਾ ਵਕਤਾ ਹੈ ਉਹ ਇਸ ਤਰੀਕੇ ਨਾਲ ਪਾਠ ਉਚਰੇ, ਪਾਠ ਕਰੇ ਕਿ ਮੈਂ ਇਹ ਪਾਠ ਅਕਾਲ ਪੁਰਖ ਮਹਾਰਾਜ ਨੂੰ ਸੁਣਾ ਰਿਹਾ ਹਾਂ, ਤਾਂ ਫਿਰ ਉਹਨੂੰ ਸਾਰੇ ਫਲ ਦੀ ਪ੍ਰਾਪਤੀ ਹੁੰਦੀ ਹੈ। ਗ੍ਰੰਥ ਮਹਾਤਮ ਕਰਿਓ ਨਾ ਕਹਿਓ ਨਾ ਜਾਈ, ਸੰਖੇਪ ਕਰ ਬਰਣਿਓ ਤੁਮ ਪਾਹੀ। ਧੰਨ ਧੰਨ ਸ੍ਰੀ ਦਸਮ ਮਹਾਰਾਜ ਜੀ ਕਹਿੰਦੇ ਨੇ ਕਿ ਗ੍ਰੰਥ ਦਾ ਮਹਾਤਮ, ਸਰਬਲੋ ਮਹਾਰਾਜ ਦੀ ਬਾਣੀ ਦਾ ਜੋ ਮਹਾਤਮ ਹੈ ਉਹ ਕਿਹਾ ਨਹੀਂ ਜਾ ਸਕਦਾ, ਅਨੇਕ ਫਲਦਾਇਕ ਹੈ। ਸੰਖੇਪ ਕਰ ਬਰਣਿਓ ਤੁਮ ਪਾਹੀ, ਆਪ ਜੀ ਖਾਲਸੇ ਨੂੰ ਮੈਂ ਸੰਖੇਪ ਦੇ ਵਿੱਚ ਦੱਸ ਰਿਹਾ ਹਾਂ ਕਿ ਕਿਹੜੇ ਕਿਹੜੇ ਫਲਾਂ ਦੀ ਪ੍ਰਾਪਤੀ ਹੁੰਦੀ ਹੈ। ਦੋਹਰਾ ਸਰਬ ਲੋਹ ਜੀ ਕੀ ਸਰਨ ਪਰੇ, ਤਾਂ ਕਾ ਹੋਤ ਉਦਾਰ, ਜਜੈ ਭਜੈ ਸਰਬ ਲੋਹ ਜੂ, ਸੁਗਮ ਤਰੈ ਸੰਸਾਰ। ਸਰਬ ਲੋਹ ਜੀ ਕੀ ਸਰਨ ਪਰੇ, ਤਾਂ ਕਾ ਹੋਤ ਉਦਾਰ, ਜਜੈ ਭਜੈ ਸਰਬ ਲੋਹ ਜੂ, ਸੁਗਮ ਤਰੈ ਸੰਸਾਰ। ਇਤ ਸ੍ਰੀ ਗ੍ਰੰਥ ਮਹਾਤਮੇ ਪੰਚੋਪਚਾਰ ਪੂਜਨ ਵਿਦ, ਉਸਤਤ ਸਰੋਤਾ ਬਖਤਾ ਉਪਦੇਸ਼ ਪਖਿਆਨ। ਸਮਾਪਤ ਮਸਤ ਸ਼ੁਭ ਮਸਤ, ਸਿੱਧ ਰਸਤ ਸੁੰਭ ਭਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਕਾਰੇ ਗਜਾਵੇ ਸ੍ਰੀ ਸਰਬਲੋ ਭਗਵਾਨ ਜੀ ਦੇ ਮਨ ਨੂੰ ਭਾਵੇ। ਸਤਿ ਸ੍ਰੀ ਅਕਾਲ। ਗੁਰਬਰੀ ਅਕਾਲ। ਦੇਗ ਤੇਗ ਫਤਿਹ। ਗੁਰੂ ਪੰਥ ਖਾਲਸੇ ਦੀ ਦਿਨੋ ਦਿਨ ਚੜ੍ਹਦੀ ਕਲਾ ਮਹਾਰਾਜ ਰੱਖਿਓ। ਕਿਰਪਾ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।